कर रहे हैं। ठीक है, अपना नेक्स्ट टॉपिक मतलब कि ਉਹੀ ਟੌਪਿਕ ਜਿਹੜਾ ਆਪਾਂ ਕੱਲ ਕੀਤਾ ਸੀ। ਐਕਚੁਅਲੀ ਕੱਲ ਨਾ ਆਪਾਂ ਇੱਕ ਰਿਜ਼ਰਵ ਪੜਿਆ ਸੀਗਾ, ਦੈਟ ਇਜ਼ ਜਨਰਲ ਰਿਜ਼ਰਵ। ਠੀਕ ਹੈ, ਕੱਲ ਆਪਾਂ ਜਨਰਲ ਰਿਜ਼ਰਵ ਦੀ ਟ੍ਰੀਟਮੈਂਟ ਕੀਤੀ ਸੀਗੀ। ਜਨਰਲ ਰਿਜ਼ਰਵ ਦੀ ਟ੍ਰੀਟਮੈਂਟ ਸੀ ਐਂਡ ਕੈਪੀਟਲ ਰਿਜ਼ਰਵ ਦੀ ਟ੍ਰੀਟਮੈਂਟ ਸੀ। ਦੋ ਰਿਜ਼ਰਵ ਦੀ ਆਪਾਂ ਟ੍ਰੀਟਮੈਂਟ ਪੜ੍ਹੀ ਸੀਗੀ। ਠੀਕ ਹੈ, ਇਹ ਦੋਨੇ ਰਿਜ਼ਰਵ ਦੀ ਟ੍ਰੀਟਮੈਂਟ ਕੀ ਹੁੰਦੀ ਹੈ? ਇਹ ਦੋਨੇ ਰਿਜ਼ਰਵਸ ਜਦੋਂ ਆਪਾਂ ਬੈਲੈਂਸ ਸ਼ੀਟ ਬਣਾਵਾਂਗੇ ਤਾਂ ਬੈਲੈਂਸ ਸ਼ੀਟ 'ਚ ਕਿੱਧਰਲੀ ਸਾਈਡ ਤੇ ਰਿਪਰੈਜ਼ੈਂਟ ਕਰਨਗੇ? ਲਾਇਬਿਲਿਟੀ ਸਾਈਡ ਤੇ। ਠੀਕ ਹੈ, ਜੇ ਇਹ ਦੋਨੇ ਲਾਇਬਿਲਿਟੀ ਸਾਈਡ ਤੇ ਰਿਪਰੈਜ਼ੈਂਟ ਕਰਨਗੇ ਤਾਂ ਆਪਾਂ ਨੂੰ ਟ੍ਰਾਂਸਫਰ ਕਿੱਧਰ ਕਰਨਾ? ਆਪਾਂ ਨੂੰ ਟ੍ਰਾਂਸਫਰ ਕਰਨਾ ਕੈਪੀਟਲ ਅਕਾਊਂਟ ਬਣਾਉਂਦੇ ਹੋਏ ਇੱਧਰ ਲਿਖਾਂਗੇ ਬਾਏ ਜਨਰਲ ਰਿਜ਼ਰਵ ਜਾਂ ਬਾਏ ਕੈਪੀਟਲ ਰਿਜ਼ਰਵ ਐਂਡ ਇਹਨਾਂ ਨੂੰ ਡਿਵਾਈਡ ਕਰ ਦਾਂਗੇ ਕਿਹਦੇ ਵਿੱਚ? ਓਲਡ ਪਾਰਟਨਰਸ ਦੇ ਵਿੱਚ, ਓਲਡ ਰੇਸ਼ੋ ਦੇ ਵਿੱਚ। ठीक है, it will be divided into the old partner old ratio। ਹੁਣ old partner ਜੇ ਦੋ ਸੀਗੇ ਤੇ ਦੋਵਾਂ 'ਚ ਡਿਵਾਈਡ ਹੋ ਜਾਣਗੇ, ਜੇ old ਤਿੰਨੋਂ ਸੀ ਤੇ ਤਿੰਨਾਂ 'ਚ ਡਿਵਾਈਡ ਹੋ ਜਾਣਗੇ, ਬਟ ਇਨ ਦਾ old ratio। ਇੰਨੀ ਗੱਲ ਦਾ ਧਿਆਨ ਰੱਖਿਓ। ਅੱਜ ਜਿਹੜਾ ਆਪਾਂ ਟੌਪਿਕ ਕਰਨਾ ਇਹਨਾਂ ਦੋਨਾਂ ਨੂੰ ਛੱਡ ਕੇ, ਇਹਨਾਂ ਦੋਨਾਂ ਨੂੰ ਛੱਡ ਕੇ ਵੀ ਕਾਫੀ ਰਿਜ਼ਰਵ ਸੀਗੇ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਰਿਜ਼ਰਵ ਦੀ ਕੀ ਟ੍ਰੀਟਮੈਂਟ ਹੈ। ਠੀਕ ਹੈ, ਵੇਟ ਕਰੋ। ਠੀਕ ਹੈ, ਨੈਕਸਟ ਰਿਜ਼ਰਵ ਦਾ ਨਾਮ ਲਿਖੋ। ਜਿਹੜੇ ਰਿਜ਼ਰਵ ਦੀ ਅੱਜ ਮੈਂ ਟ੍ਰੀਟਮੈਂਟ ਦੱਸਣੀ ਹੈ, ਦੈਟ ਇਜ਼ रिजर्व का नाम लिखो वर्कमैन कंपनसेशन रिजर्व। स्पेलिंग पता ना? वर्कमैन, ठीक है, कंपनसेशन रिजर्व। ठीक है, नेम ऑफ द रिजर्व इज वर्कमैन कंपनसेशन रिजर्व। मैं थोड़ा लाइन तो यदा मतलब दसूंगा कि रिजर्व का की फायदा होंगे, रिजर्व क्यों बनाया जाता। ठीक है, सब कुछ दसदा। ठीक है, एक्चुअली जिहड़ा ये रिजर्व है ना, ये रिजर्व बनाया जाता वर्कमैन नू कंपनसेट करने लई। वर्कमैन नू कंपनसेट करने की लोड़ क्यों पैंदी है? बिकॉज पॉइंट नंबर 1, ਜਿਹੜੇ ਵਰਕਰ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ ਉਹ ਕਿਹਦੀ ਰਿਸਪੌਂਸਿਬਿਲਟੀ ਬਣ ਜਾਂਦੇ ਆ? ਕੰਪਨੀ ਦੀ ਰਿਸਪੌਂਸਿਬਿਲਟੀ ਬਣ ਜਾਂਦੇ ਆ। ਜੇ ਉਹ ਵਰਕਰਸ ਨੂੰ ਕੰਪਨੀ ਲਈ ਕੰਮ ਕਰਦੇ ਹੋਏ ਕੋਈ ਹਾਰਮ ਪਹੁੰਚਦਾ, ਕੋਈ ਉਹਨਾਂ ਨੂੰ ਹੈਲਥ ਡਿਜ਼ੀਜ਼ ਵਗੈਰਾ ਹੁੰਦੇ ਆ, ਤਾਂ ਉਹਨਾਂ ਨੂੰ ਕੰਪਨਸੇਟ ਕਰਨ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਕੰਪਨੀ ਵਾਲਿਆਂ ਦੀ ਹੁੰਦੀ ਹੈ। ਕੀ ਮਤਲਬ? ਫॉर एग्जांपल ना एक कंपनी है एक्स लिमिटेड। ठीक है, ਉਹਨਾਂ ਦਾ ਨਾ ਕਾਹਦਾ ਕੰਮ ਹੈ? ਉਹਨਾਂ ਦਾ ਬੈਟਰੀਜ਼ ਦਾ ਕੰਮ ਹੈ, ਇਨਵਰਟਰ ਬੈਟਰੀਜ਼ ਦਾ। ਠੀਕ ਹੈ, ਇਨਵਰਟਰ ਬੈਟਰੀਜ਼ ਦੇ ਵਿੱਚ ਕੀ ਪੈਂਦਾ? ਐਸਿਡ ਪੈਂਦਾ। ਠੀਕ ਹੈ, ਸੋ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇਹਦੇ ਵਿੱਚ ਨਾ ਇੱਕ ਰਾਮ ਨਾਮ ਦਾ ਬੰਦਾ ਸੀਗਾ ਜਿਹੜਾ ਕੰਮ ਕਰ ਰਿਹਾ ਸੀਗਾ, ਐਂਡ ਉਹ ਬੈਟਰੀ ਦਾ ਕੰਮ ਕਰਦੇ ਹੋਏ ਉਹਦੇ ਉੱਤੇ ਐਸਿਡ ਡਿੱਗ ਪਿਆ। ਠੀਕ ਹੈ, ਐਸਿਡ ਡਿੱਗਣ ਕਰਕੇ ਉਹਦਾ ਐਗਜ਼ਾਮਪਲ ਲੈ ਲਓ ਕਿ ਉਹਦੀ ਲੈਗ ਬਰਨ ਹੋ ਗਈ। ਲੈਗ ਬਰਨ ਹੋ ਗਈ ਐਂਡ ਉਹ ਹੁਣ ਚੱਲ ਨਹੀਂ ਪਾ ਰਿਹਾ। ਸੋ ਕੰਪਨੀ ਦਾ ਕੰਮ ਕਰਦੇ ਹੋਏ ਉਹਨੂੰ ਜੇ ਉਹਦਾ ਕੋਈ ਹਾਰਮ ਡਿਜ਼ੀਜ਼ ਪਹੁੰਚ ਰਿਹਾ, ਉਹਦਾ ਲੈਗ ਵਗੈਰਾ ਬਰਨ ਹੋਈ ਹੈ, ਤਾਂ ਕੰਪਨੀ ਇਹਦਾ ਇਲਾਜ ਕਰਵਾਊਗੀ। ਤਾਂ ਕੰਪਨੀ ਕਿਹਦਾ ਇਲਾਜ ਕਰਾਊਗੀ? ਕੰਪਨੀ ਆ ਬੰਦੇ ਦਾ ਇਲਾਜ ਕਰਾਊਗੀ। ਠੀਕ ਹੈ, ਠੀਕ ਹੈ, ਕਲੀਅਰ ਹੋ ਗਿਆ। ਵਰਕਮੈਨ ਕੰਪਨਸੇਸ਼ਨ ਰਿਜ਼ਰਵ ਇਸ ਲਈ ਬਣਾਇਆ ਜਾਂਦਾ ਤਾਂ ਕਿ ਜੇ ਕੋਈ ਬੰਦਾ ਕੰਪਨੀ ਦਾ ਕੰਮ ਕਰਦੇ ਹੋਏ ਕੋਈ ਇੰਜਰਡ ਹੁੰਦਾ, ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਤਾਂ ਉਹਨੂੰ ਕੰਪਨਸੇਟ ਆਪਾਂ ਕਰ ਸਕਦੇ ਹਾਂ। ਹੁਣ ਨਾ ਇੱਕ ਚੀਜ਼ ਹੈ, ਹੋ ਸਕਦਾ ਕਿ ਵਰਕਰ ਨੂੰ ਕੋਈ ਮਤਲਬ ਕਿ ਵਰਕਰ ਦਾ ਪੂਰੇ ਸਾਲ ਦੇ ਵਿੱਚ ਐਕਸੀਡੈਂਟ ਹੋਇਆ ਹੋਵੇ। ਪੁਆਇੰਟ ਨੰਬਰ 1, ਹੋ ਸਕਦਾ ਪੂਰੇ ਸਾਲ ਦੇ ਵਿੱਚ ਵਰਕਰ ਦਾ ਕੋਈ ਵੀ ਐਕਸੀਡੈਂਟ ਨਾ ਹੋਵੇ। ਵਰਕਰ ਦੇਖੋ ਇੱਕ ਨਹੀਂ ਹੋਊਗਾ, ਵਰਕਰ ਹੋਣਗੇ ਮਲਟੀਪਲ ਹੋਣਗੇ, ਬਹੁਤ ਜ਼ਿਆਦਾ ਵਰਕਰ ਹੋਣਗੇ। ਹੋ ਸਕਦਾ ਕਿ ਕਿਸੇ ਵੀ ਵਰਕਰ ਦਾ ਕੋਈ ਇਹੋ ਜਿਹਾ ਕੰਮ ਹੋਇਆ ਹੀ ਨਾ ਹੋਵੇ, ਹੋ ਸਕਦਾ ਕਿ ਵਰਕਰ ਦਾ ਨੁਕਸਾਨ ਹੋਇਆ ਹੋਵੇ। ਠੀਕ ਹੈ, ਹੁਣ ਆਪਾਂ ਇਹੀ ਪੜ੍ਹਨਾ ਕਿ ਸਰ ਕਿਹੜੇ ਕਿਹੜੇ ਇਹਦੇ 'ਚ ਕੇਸਿਸ ਹੁੰਦੇ। ਇਹ 'ਚ ਐਕਚੁਅਲੀ ਆਉਂਦੇ 3 ਕੇਸਿਸ। ਕਿੰਨੇ ਕੇਸਿਸ ਆਉਂਦੇ ਆ? 3 ਕੇਸਿਸ। 3 ਕੇਸਿਸ ਕਿਹੜੇ ਕਿਹੜੇ ਆ? ਕੇਸ ਨੰਬਰ 1 ਲਿਖੋ,
Sir, case number 1 is no claim. No claim कहने का मतलब कोई एक्सीडेंट नहीं होया, किसी ने कोई compensation पे नहीं करना. This is case number 1. Case number 2, claim but less than reserve. Less than reserve. Point number 2 is claim but less than reserve. ਇਹਦਾ ਕੀ ਮਤਲਬ ਹੈ ਕਿ ਦੇਖੋ ਨੁਕਸਾਨ ਤਾਂ ਹੋਇਆਗਾ ਬਟ ਜਿਹੜਾ ਸਾਡੇ ਕੋਲ ਰਿਜ਼ਰਵ ਰੱਖਿਆ ਵਾ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਉਹ ਜ਼ਿਆਦਾ ਗਾ. ਇਹਦਾ ਮਤਲਬ ਕਿ ਆਪਾਂ WCR ਦਾ ਮਤਲਬ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਬਣਾ ਕੇ ਰੱਖਿਆ ਸੀ 1 ਲੱਖ, ਕਿ ਮੈਂ 1 ਲੱਖ ਰੁਪਏ ਸਾਈਡ ਤੇ ਰੱਖ ਲਿਆ ਸੀਗਾ ਕਿ ਜੇ ਕੱਲ ਨੂੰ ਕੋਈ ਇਹੋ ਜਿਹੀ ਮਿਸ ਹੈਪਨਿੰਗ ਹੁੰਦੀ ਹੈ ਤਾਂ ਮੇਰੇ ਕੋਲ 1 ਲੱਖ ਰੁਪਏ ਪਿਆ, ਮੈਂ ਆਪਣੇ ਕੰਪਨਸੇਟ ਕਰ ਦੂੰਗਾ. ਮੰਨ ਲਓ ਕਿ ਇੱਕ ਬੰਦਾ ਹੈਗਾ ਐਕਸ ਜਿਹਦਾ ਨਾ ਕੋਈ ਐਕਸੀਡੈਂਟ ਹੋ ਗਿਆ ਐਂਡ ਉਹਨੂੰ ਸਾਨੂੰ ਪੇ ਕਰਨਾ ਪਿਆ 40,000 ਰੁਪਏ. ਉਹਨੂੰ ਸਾਨੂੰ ਕਿੰਨਾ ਪੇ ਕਰਨਾ ਪਿਆ 40,000 ਰੁਪਏ. ਦਿਸ ਇਜ਼ ਅ ਕੇਸ ਨੰਬਰ 2 ਕਿ ਕਲੇਮ ਤਾਂ ਹੈਗਾ ਕਲੇਮ ਕਿੰਨਾ 40,000 ਰੁਪਏ ਦਾ ਬਟ ਰਿਜ਼ਰਵ ਕਲੇਮ ਤੋਂ ਜ਼ਿਆਦਾ ਪਿਆ ਗਾ. ਸਾਡੇ ਕੋਲ ਜਿਹੜੀ ਸੇਵਿੰਗਸ ਆ ਬਹੁਤ ਪਈਆਂ ਹੈਗੀਆਂ. 1 ਲੱਖ ਦਾ ਰਿਜ਼ਰਵ ਹੈ, 40,000 ਦਾ ਕਲੇਮ ਹੈ. ਸੋ ਦਿਸ ਇਜ਼ ਪੁਆਇੰਟ ਨੰਬਰ 2. ਠੀਕ ਹੈ. ਪੁਆਇੰਟ ਨੰਬਰ 3, claim and more than reserve. Claim and more than reserve. Point number 3 ਕੀ ਹੈ, ਨੁਕਸਾਨ ਵੀ ਹੋ ਗਿਆ ਐਂਡ ਨੁਕਸਾਨ ਨਾ ਸਾਡੀ ਜਿਹੜੀ ਸੇਵਿੰਗਸ ਉਸ ਤੋਂ ਵੀ ਜ਼ਿਆਦਾ ਹੋ ਗਿਆ. ਫੋਰ ਐਗਜ਼ਾਮਪਲ WCR ਜਿਵੇਂ 1 ਲੱਖ ਰੁਪਏ ਦਾ ਐਂਡ ਐਕਸ ਕੋਈ ਬੰਦਾ ਗਾ ਉਹਦਾ ਐਕਸੀਡੈਂਟ ਹੋ ਗਿਆ, ਉਹਨੂੰ ਸਾਨੂੰ ਪੇ ਕਰਨਾ ਪਿਆ 1,40,000 ਰੁਪਏ. ਠੀਕ ਹੈ. ਸੋ ਦੇਖੋ ਪਹਿਲਾ ਕੇਸ ਹੈ ਕਿ ਕੋਈ ਕਲੇਮ ਹੀ ਨਹੀਂ, ਰਿਜ਼ਰਵ ਸਾਰਾ ਪਿਆ ਸਾਡੇ ਕੋਲੇ. ਦੂਜੇ ਕੇਸ ਚ ਕਲੇਮ ਹੋ ਗਿਆ, ਕਲੇਮ ਹੈਗਾ ਸਾਡਾ 40,000 ਰੁਪਏ ਦਾ, ਰਿਜ਼ਰਵ ਸਾਡਾ ਜ਼ਿਆਦਾ ਪਿਆ, ਰਿਜ਼ਰਵ 1 ਲੱਖ ਦਾ ਪਿਆ. ਦਿਸ ਇਜ਼ ਕੇਸ ਨੰਬਰ 2. ਕੇਸ ਨੰਬਰ 3 ਚ ਕੀ ਹੈ ਕਿ ਕਲੇਮ ਹੈਗਾ ਐਂਡ ਕਲੇਮ ਰਿਜ਼ਰਵ ਤੋਂ ਵੀ ਜ਼ਿਆਦਾ, ਸਾਡੀ ਸੇਵਿੰਗਸ ਤੋਂ ਵੀ ਜ਼ਿਆਦਾ ਨਿਕਲ ਗਿਆ ਰਿਜ਼ਰਵ. ਨੁਕਸਾਨ ਕਲੇਮ ਰਿਜ਼ਰਵ ਤੋਂ ਵੀ ਜ਼ਿਆਦਾ. ਰਿਜ਼ਰਵ 1 ਲੱਖ ਦਾ, ਕਲੇਮ ਹੋ ਗਿਆ 1,40,000 ਰੁਪਏ ਦਾ. ਹੁਣ ਇਹ 3 ਕੇਸਿਸ ਹੈ. ਹੁਣ ਸਮਝੋ ਕੇਸ ਨੰਬਰ 1 ਕੀ ਹੈ. ਕੇਸ ਨੰਬਰ 1 ਦੇ ਵਿੱਚ ਕਿ ਜਿੰਨਾ ਅਸੀਂ ਰਿਜ਼ਰਵ ਬਣਾ ਕੇ ਰੱਖਿਆ ਉਹ ਚ ਕੁਝ ਨਹੀਂ ਵਰਤਣ ਦੀ ਲੋੜ ਸੀ, ਸਾਰੇ ਦਾ ਸਾਰਾ ਰਿਜ਼ਰਵ ਉਹ ਨਹੀਂ ਵਰਤ. ਕੇਸ ਨੰਬਰ 2, ਨੁਕਸਾਨ ਹੋ ਗਿਆ, ਰਿਜ਼ਰਵ ਦੇ ਵਿੱਚੋਂ ਜਿੰਨਾ ਕੁ ਨੁਕਸਾਨ ਹੋਗਾ ਉਹਨਾਂ ਕੁ ਪੇ ਕਰ ਦਾਂਗੇ, ਬਾਕੀ ਜਿਹੜਾ ਬਚ ਜਾਊਗਾ ਸਾਡੀ ਸੇਵਿੰਗਸ ਹੋ ਜਾਣੀ ਹੈ. ਕੇਸ ਨੰਬਰ 3, ਨੁਕਸਾਨ ਹੋ ਗਿਆ ਐਂਡ ਰਿਜ਼ਰਵ ਘੱਟ. ਹੁਣ ਇਹ ਚ ਕੀ ਹੋਊਗਾ, ਜਿੰਨਾ ਤਾਂ ਰਿਜ਼ਰਵ ਪਿਆ ਉਹਨਾਂ ਦਾ ਆਪਾਂ ਰਿਜ਼ਰਵ ਚੋਂ ਪੇ ਕਰ ਦਾਂਗੇ, ਜਿਹੜਾ ਬਾਕੀ ਬਚੂਗਾ ਉਹਨੂੰ ਆਪਾਂ ਕੀ ਕਰਾਂਗੇ ਲਾਇਬਿਲਿਟੀ ਬਣਾ ਲਾਂਗੇ ਆਪਣੀ, ਕਿਉਂਕਿ ਉਹ ਅਸੀਂ ਹੁਣ ਦੇਣਾ ਕਿਸੇ ਨੂੰ ਪੈਸਾ. ਠੀਕ ਹੈ. ਕਲੀਅਰ ਹੈ ਸਾਰਿਆਂ ਨੂੰ? ਜਿਹਨੇ ਨੂੰ ਆ ਪੁਆਇੰਟ ਕਲੀਅਰ ਹੈ ਆ ਨੋਟ ਕਰ ਲਓ ਐਂਡ ਉਸ ਤੋਂ ਬਾਅਦ ਮੈਂ ਇੱਕ ਕਰਕੇ ਐਕਸਪਲੇਨ ਕਰਦਾ ਐਂਡ ਮੈਨੂੰ ਦੱਸ ਦਿਓ ਕਿ ਜਿਹਨੇ ਇਹਨੂੰ ਸਮਝ ਲੱਗ ਗਏ ਤਿੰਨੇ ਪੁਆਇੰਟਸ. ਹਰਸਿਮਰਨ ਸਮਝ ਲੱਗ ਗਿਆ? गर्ल्स अपनी ऑडियो ऑन ही कर लो, लगभग बॉयज ਤੁਸੀਂ ਵੀ ऑडियो ऑन कर लो यार, कोई प्रॉब्लम नहीं है. समझ लग गया? बलजिंदर, बॉयज, सुखमन, पुनीत, नवदीप, बेटे जिन्ना समझाया समझ लग गया? रिस्पॉन्स दे दो जी समझ लग गया तो हैंड रेज कर दो. मैडम तुम्हें एक एक करके तिन्ने केस समझा रहे हैं, अपनी नोटबुक्स खोल लो और नोटबुक से ना लिखना शुरू कर लियो, क्योंकि तिन्ने केसेस मैं इतने समझा दूंगा. आप रिपीट सारा कुछ करांगे जो आप ट्यूशन शुरू कर लिए. ठीक है. फिलहाल उन्ना टाइम इदा ही सारो ਅੱਜ ਦਾ ਦਿਨ ਐਂਡ ਕੱਲ ਦਾ ਦਿਨ. ਠੀਕ ਹੈ. ਪਹਿਲਾ ਆਪਣਾ ਹੈਗਾ when there is no claim. ਪਹਿਲਾ ਇਸ when there is no claim. ਬਈ ਇੱਕ ਨਾ ਮੈਂ ਤੁਹਾਨੂੰ ਸਿਚੁਏਸ਼ਨ ਦੱਸਦਾ ਵੀ ਕੀ ਹੋਊਗੀ ਜਦੋਂ ਨਾ no claim ਹੋਊਗਾ. ਤੁਹਾਡੇ ਕੋਲ ਨਾ ਕੁਐਸਚਨ ਦੇ ਵਿੱਚ ਬੈਲੈਂਸ ਸ਼ੀਟ ਬਣੀ ਹੋਊਗੀ, ਕੁਐਸਚਨ ਦੇ ਵਿੱਚ ਬੈਲੈਂਸ ਸ਼ੀਟ ਬਣੀ ਹੋਊਗੀ ਐਂਡ ਲਾਇਬਿਲਿਟੀ ਸਾਈਡ ਤੇ ਲਿਖਿਆ ਹੋਊਗਾ ਵਰਕਮੈਨ ਕੰਪਨਸੇਸ਼ਨ ਰਿਜ਼ਰਵ. ਇੱਥੇ ਨਾ ਕੋਈ ਅਮਾਊਂਟ ਜਿਵੇਂ ਵੀ ਕੋਈ ਵੀ ਅਮਾਊਂਟ ਹੋ ਸਕਦੀ ਹੈ ਐਂਡ ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ ਤੁਹਾਡੇ ਕੋਲ ਲਿਖਿਆ ਹੋਊਗਾ workman workman claim of rupees
दिस कुछ अमाउंट ਦਿੱਤੀ ਹੋਊਗੀ ठीक है इदा करके होगा क्वेश्चन ਦੀ ਇਨਫੋਰਮੇਸ਼ਨ ਜੇ ਤਾਂ ਕੋਈ ਕਲੇਮ ਨਹੀਂ ਹੈਗਾ ਤਾਂ ਲਾਈਨ ਵੀ ਨਹੀਂ ਲਿਖੀ ਹੋਣੀ ਫੇਰ ਕੀ ਕਰਾਂਗੇ ਆਪਾਂ ਫੇਰ ਦੱਸਦਾ ਪਹਿਲਾਂ ਇਨ ਕੇਸ ਕਿ ਆ ਲਾਈਨ ਨਹੀਂ ਗਿਵਨ ਹੈ ਤਾਂ ਆਪਾਂ ਕੀ ਕਰਾਂਗੇ ਮਤਲਬ ਕਿ ਸਿੱਧਾ ਸਾਡੇ बैलेंस शीट ਦੇ ਵਿੱਚ ਇਹ ਲਿਖਿਆ ਹੋਗਾ ਵਰਕਮੈਨ ਕੰਪਨਸੇਸ਼ਨ ਰਿਜ਼ਰਵ ਇੰਨੇ ਰੁਪਏ ਐਂਡ ਠੀਕ ਹੈ ਐਡੀਸ਼ਨਲ ਇਨਫੋਰਮੇਸ਼ਨ ਦੇ ਵਿੱਚ ਕੋਈ ਵੀ ਕਲੇਮ ਦੀ ਗੱਲ ਲਿਖੀ ਨਹੀਂ ਹੋਣੀ ਸੋ ਆਪਾਂ ਇਹਦਾ ਕੀ ਕਰਾਂਗੇ ਆਪਾਂ ਡਾਇਰੈਕਟਲੀ ਕੀ ਕਰਨਾ ਆਪਾਂ ਡਾਇਰੈਕਟਲੀ ਜਿਹੜਾ ਸਾਡੇ ਕੋਲ ਰਿਜ਼ਰਵ ਪਿਆ ਹੋਊਗਾ ਆਪਾਂ ਰਿਜ਼ਰਵ ਨੂੰ ਡਿਵਾਈਡ ਕਰ ਦੇਣਾ ਕਿੰਨਾ ਚ 올ਡ ਪਾਰਟਨਰਸ ਦੇ ਵਿੱਚ ਕਿਹੜੀ ਰੇਸ਼ੋ ਚ 올ਡ ਰੇਸ਼ੋ ਦੇ ਵਿੱਚ ਸੋ ਅਸੀਂ ਐਂਟਰੀ ਕੀ ਪਾਸ ਕਰਾਂਗੇ ਫॉर एग्जांपल वर्कमैन कंपनसेशन रिजर्व अकाउंट डेबिट ठीक है टू मान लो कि ए ते बी दो पार्टनर है टू एज कैपिटल टू बीज कैपिटल नरेशन जो लिखो बीइंग वर्कमैन कंपनसेशन रिजर्व distributed among old partner in old ratio ठीक है एंट्री पास होगी WCR अकाउंट डेबिट टू A टू B जेडे भी पुराने पार्टनर्स होंगे XY हुए तो XY लिख लेंगे AB हुए तो AB लिख लेंगे PQ हुए तो PQ लिख लेंगे ठीक है WCR अकाउंट डेबिट टू A's कैपिटल टू B's कैपिटल क्लियर है ठीक है एंट्री नोट डाउन कर लो ਇਹਦੇ ਵਿੱਚ ਕੀ ਹੈ ਫॉर एग्जांपल ਨਾ ਇੱਥੇ ਜਿਹੜੀ ਅਮਾਉਂਟ ਹੈ ਮੰਨ ਲਓ ਕਿ ਉਹ 1 ਲੱਖ ਰੁਪਏ ਹੈ एग्जांपल लेके दे रहे हैं एंड ना क्वेश्चन की सीगा कि A and B are partner sharing profit in the ratio 2:1 they decided to share the future profit in the ratio 3:2 ਆ क्वेश्चन है ओल्ड रेशियो ਕਿਹੜੀ ਹੈ ਸਰ ओल्ड रेशियो is 2:1 न्यू रेशियो ਕਿਹੜੀ ਹੈ 3:2 ਆਪਾਂ ਕਿਹੜੀ ਰੇਸ਼ੋ ਡਿਵਾਈਡ ਕਰਨਾ ओल्ड रेशियो ਦੇ ਵਿੱਚ ਆਪਾਂ ਹੀ ਕਰਾਂਗੇ ਆ ਜਿਹੜਾ 1 ਲੱਖ ਰੁਪਏ ਦਾ ਰਿਜ਼ਰਵ ਹੈ 1 ਲੱਖ ਰੁਪਏ ਨੂੰ 2:1 ਦੇ ਵਿੱਚ ਡਿਵਾਈਡ ਕਰਕੇ ਇੱਥੇ ਆਪਾਂ ਸ਼ੋ ਕਰ ਦਾਂਗੇ 667 3333 ठीक है समझ लगी ਆਪਾਂ ਜਿਹੜਾ WCR ਹੋਊਗਾ ਸਾਰੇ ਰਿਜ਼ਰਵ ਨੂੰ 올ਡ ਰੇਸ਼ੋ ਦੇ ਵਿੱਚ ਡਿਵਾਈਡ ਕਰ ਦੇਣਾ 올ਡ ਪਾਰਟਨਰ ਦੇ ਵਿੱਚ ਓਕੇ ਹੈ गर्ल्स ਦੇ ਨੋਟ ਡਾਊਨ ਕਰ ਲਓ ਬॉयਜ਼ ਦੇ ਨੋਟ ਡਾਊਨ ਕਰ ਲਓ ਪਹਿਲਾ ਕੇਸ when there is no claim स्क्रीनशॉट ले लो ਉਹਦਾ स्क्रीनशॉट हो गया स्क्रीनशॉट ले लो या नोट डाउन कर लो जिवें मर्जी कर लो जे स्क्रीनशॉट ले लो ਤਾਂ हैंड रेस कर ਇੱਕ ਨਾ ਲੈ ਲਓ स्क्रीनशॉट ਬਾਅਦ ਚ ਸਾਰਿਆਂ ਨੂੰ ਸੈਂਡ ਕਰ ਦਾਂਗੇ ਆਪਾਂ ਅੱਗੇ ਚੱਲਾਂ हैंड रेस कर दो जे ਅੱਗੇ ਚੱਲਣਾ ਤਾਂ ਦੱਸ ਦਿਓ ਮੈਨੂੰ जल्दी जल्दी चलो ठीक है मतलब कि नोट डाउन कर लिया ओके सो अपना फर्स्ट केस नोट डाउन कर लिया सी व्हेन देयर इज नो क्लेम केस नंबर 2 ਆਪਾਂ ਕਰ ਜਾਂਦੇ हैं केस नंबर 2 इज व्हेन देयर इज क्लेम बट क्लेम इज लेस देन रिजर्व ठीक है when there is claim but claim is less than reserve second point ਸੀ ਨਾ ਇਹ ਪਹਿਲਾ ਸੀਗਾ no claim ਦੂਜਾ ਸੀਗਾ claim but less than reserve ਹੈ ਨਾ ਹੁਣ ਆਪਾਂ second point ਕਰ ਰਹੇ ਹਾਂ claim but less than reserve ਧਿਆਨ ਨਾਲ ਸਮਝ ਲਿਓ ਠੀਕ ਹੈ ਬਹੁਤ ਈਜ਼ੀ ਹੈ ਟੌਪਿਕ ਕੋਈ ਡਿਫਿਕਲਟੀ ਨਹੀਂ ਹੈਗੀ ਪੂਰੇ ਟੌਪਿਕ ਦੇ ਵਿੱਚ ਕੇਸ ਨੰਬਰ 2 claim but less than reserve ठीक है मान लो कि रिजर्व किन्ने दा ਆਪਾਂ ਲੈ ਰਹੇ ਹਾਂ ਰਿਜ਼ਰਵ ਆਪਾਂ 1 ਲੱਖ ਦਾ ਲੈ ਰਹੇ ਹਾਂ ਠੀਕ ਹੈ ਜਿਹੜੇ ਤੁਹਾਨੂੰ ਮੈਂ ਐਗਜ਼ਾਮਪਲਸ ਚ ਦਿੱਤਾ ਹੈਗਾ ਮੈਂ ਉਵੇਂ ਹੀ ਕਰੂੰਗਾ ਠੀਕ ਹੈ 1 ਲੱਖ ਵਾਲੀ ਐਗਜ਼ਾਮਪਲ ਦੇ ਨਾਲ ਹੀ ਚੱਲੂੰਗਾ additional information given है there is a claim on workman compensation of rupees 40,000 ठीक है
ਪਾਰਟਨਰਸ ਆਪਣੇ ਉਮੀ ਸੇਮ ਹੀ ਹੈ, ਏ ਬੀ ਦੋ ਪਾਰਟਨਰ ਹੈ 2:1 ਲਈ, ਐਂਡ ਏ ਬੀ ਨੇ ਹੁਣ ਡਿਸਾਈਡ ਕੀਤਾ 3:2, ओल्ड रेशो एंड न्यू रेशो। ठीक है, ओके लो मैं क्वेश्चन लिख ही चुका पहले ही। देखो क्वेश्चन इज ए एंड बी आर पार्टनर शेयरिंग प्रॉफिट इन द रेशियो 2:1। they decided to share the future profit in the ratio 3:2। पहले 2:1 ओल्ड रेशो एंड 3:2 उन्होंने नवी डिसाइड कर ली। क्वेश्चन कहा था क्लेम बट लेस देन रिजर्व, क्लेम हैगा बट रिजर्व तो घट है। बैलेंस शीट ਦੇ ਵਿੱਚ ਤੁਹਾਡਾ WCR ਲਿਖਿਆ ਹੋਊਗਾ 1 ਲੱਖ ਦਾ, ਐਂਡ ਐਡੀਸ਼ਨਲ ਇਨਫੋਰਮੇਸ਼ਨ ਲਿਖਿਆ ਹੋਊਗਾ there is a claim on workman compensation of rupees 40,000। ਹੁਣ मैंने ਗੱਲ ਦੱਸੋ 40,000 1 ਲੱਖ ਤੋਂ ਘੱਟ ਹੈ ਕਿ ਨਹੀਂ? ਹਾਂਜੀ ਸਰ 40,000 1 ਲੱਖ ਤੋਂ ਘੱਟ ਹੈ, that means ਕਿ claim is less than reserve। ਸਮਝ ਲੱਗਿਆ ਟੌਪਿਕ? claim ਹੈਗਾ but claim is less than reserve। ਠੀਕ ਹੈ, ਇਹ ਟੌਪਿਕ ਹੈ। ਠੀਕ ਹੈ, ਹੁਣ ਧਿਆਨ ਨਾਲ ਦੇਖੋ ਕਿ ਇਹਦਾ ਟ੍ਰੀਟਮੈਂਟ ਕਿਵੇਂ ਕਰਨਾ। ਇਹਦਾ ਟ੍ਰੀਟਮੈਂਟ ਕਰਨ ਲਈ ਅਸੀਂ ਨਾ ਇੱਕ ਜਨਰਲ ਐਂਟਰੀ ਪਾਸ ਕਰਾਂਗੇ। व्हाट इज दैट ਜਨਰਲ ਐਂਟਰੀ? ਜਨਰਲ ਐਂਟਰੀ ਦੇਖੋ ਕੀ ਹੈ। ਜਨਰਲ ਐਂਟਰੀ ਇਜ਼ WCR वर्कमैन compensation reserve account debit to claim account to A capital to B capital। ठीक है, किन्ने दा रिजर्व है सर? रिजर्व 1 ਲੱਖ रुपए ਦਾ। किन्ने दा क्लेम है सर? क्लेम 40,000 ਦਾ। किन्ना बचया सर? 1 ਲੱਖ ਦਾ ਰਿਜ਼ਰਵ ਸੀ, 40,000 ਦਾ क्लेम हो गया सर, 60,000 रुपये बच गया। 60,000 रुपये किन्ना डिवाइड होगा? ए ते बी ਨੂੰ। ਕਿਹੜੀ ਰੇਸ਼ੋ ਦੇ ਵਿੱਚ ਸਰ? ओल्ड पार्टनर ओल्ड रेशो। ओल्ड रेशो ਕਿਹੜੀ ਸੀ? 2:1। 60,000 ਨੂੰ 2:1 ਚ ਡਿਵਾਈਡ ਕੀਤਾ ਕਿੰਨਾ ਆਇਆ? 40,000 ਐਂਡ 20,000। ਸਮਝ ਲੱਗਿਆ? ਪਹਿਲੀ ਗੱਲ ਕੀ ਹੈ ਕਿ ਜਿੰਨਾ ਤੁਹਾਡਾ ਰਿਜ਼ਰਵ ਹੋਗਾ, ਰਿਜ਼ਰਵ ਚੋਂ क्लेम ਮਾਈਨਸ ਕਰ ਲਓ। ਪਹਿਲਾਂ ਤਾਂ ਰਿਜ਼ਰਵ ਚੋਂ क्लेम ਪੇ ਕੀਤਾ ਜਾਊਗਾ ਜਿੰਨਾ ਵੀ क्लेम ਹੋਇਆ। ਜੇ ਉਸ ਤੋਂ ਬਾਅਦ ਕੋਈ ਪੈਸਾ ਬਚਦਾ ਗਾ ਰਿਮੇਨਿੰਗ, ਮੈਂ ਬੈਲੈਂਸ ਲਿਖ ਲੈਂਦਾ। ਬੈਲੈਂਸ ਨੂੰ ਆਪਾਂ 올ਡ ਪਾਰਟਨਰਸ ਦੇ ਵਿੱਚ 올ਡ ਰੇਸ਼ੋ ਡਿਵਾਈਡ ਕਰ। ਆਹ ਲੌਜਿਕ ਹੈ ਵੀ ਜਿੰਨਾ ਤੁਹਾਡੇ ਕੋਲ ਰਿਜ਼ਰਵ ਪਿਆ ਹੋਊਗਾ, ਤੇ ਰਿਜ਼ਰਵ ਚ ਪਹਿਲਾਂ ਤਾਂ ਜਿੰਨੇ ਦਾ क्लेम ਉਹਨਾਂ क्लेम ਪੇ ਕਰ ਦਿਓ। 1 ਲੱਖ ਹੈ, 40,000 ਦਾ क्लेम ਹੈ, क्लेम ਪੇ ਕਰ ਦਿਓ। ਉਸ ਤੋਂ ਬਾਅਦ ਬੈਲੈਂਸ ਕਿੰਨਾ ਬਚਿਆ? 60,000 ਰੁਪਇਆ। 60,000 ਨੂੰ 올ਡ ਪਾਰਟਨਰਸ ਦੇ ਵਿੱਚ 올ਡ ਰੇਸ਼ੋ, 올ਡ ਪਾਰਟਨਰ ਕਿਹੜੇ ਆ? ए बी, 올ਡ ਰੇਸ਼ੋ ਕਿਹੜੀ ਹੈ? 2:1। ਇਹ ਚ डिवाइड करता 40 एंड 20 आ गया। सो एंट्री की पास होगी वर्कमैन कंपनसेशन रिजर्व अकाउंट डेबिट 1 लाख टू क्लेम 40,000 टू एस कैपिटल 40,000 टू बीस कैपिटल 20,000। क्लियर है गर्ल्स? क्लियर हो गया? बॉयज क्लियर हो गया? गर्ल्स एंड बॉयज क्लियर है? एंड इन नोट डाउन भी कर लो। सारा कुछ विजुअलाइज है ना? ब्लर वगैरह तो नहीं शो हो रहा किसी को? बाकी अज मैं ट्राई कर रहे हैं रिकॉर्ड करने की, जो रिकॉर्ड हो गया तो वेल एंड गुड है भाई। बेटे नोट हो गया, स्क्रीनशॉट वगैरह ले लिया तो मैं दस दो, फिर मैं अगे चला। ठीक है, ओके। नाउ वी आर मूविंग टू केस नंबर 3। केस नंबर 3 की सीगा याद है? केस नंबर 3 की सी याद है? व्हाट इज केस नंबर 3? so केस नंबर 3 सीगा when there is claim and claim is more than reserve। याद है ना? when there is claim and claim is more than reserve। ठीक है,
Case number 3, when there is claim and more than reserve. Okay, देखो question. Case number 3, when there is claim and claim is more than reserve, इसका मतलब कि ये चेक करो कि claim कितना का और reserve कितना का 1 लाख का, claim कितना हो गया 1,40,000 ਦਾ। ਹੁਣ ਜਿਹੜਾ ਤੁਹਾਡਾ claim ਆ ਉਹ reserve ਤੋਂ ਜ਼ਿਆਦਾ ਨਾ, ਹੁਣ ਇਹਦੀ treatment ਕਿਵੇਂ ਕਰਦੇ ਹੁੰਦੇ, ਇਹ treatment ਸੁਣੋ। ਇਹਦੀ entry pass ਹੁੰਦੀ ਆ workman compensation reserve account debit to claim account। ਪਹਿਲਾਂ ਤਾਂ ਆਪਾਂ ਇਹਨੂੰ ਸੈਟਲ ਕਰਦੇ ਹਾਂ। ਰਿਜ਼ਰਵ ਦੇਖੋ ਕਿੰਨਾ ਸੀ 1 ਲੱਖ ਦਾ ਐਂਡ ਕਲੇਮ ਕਿੰਨਾ ਹੋ ਗਿਆ 1,40,000। ਠੀਕ ਹੈ, ਸਮਝ ਲੱਗ ਗਈ। ਐਂਡ ਜਿਹੜਾ 40,000 ਦਾ ਐਕਸਟਰਾ ਕਲੇਮ ਆ ਤੁਹਾਡੀ ਕੀ ਬਣ ਗਈ ਲਾਇਬਿਲਿਟੀ। ਆਪਾਂ ਇਹਨੂੰ ਕੀ ਲਿਖਾਂਗੇ ਰੀਵੈਲੂਏਸ਼ਨ ਅਕਾਊਂਟ ਡੈਬਿਟ। ਠੀਕ ਹੈ, ਐਂਟਰੀ ਕੀ ਬਣੀ WCR ਅਕਾਊਂਟ ਡੈਬਿਟ ਟੂ ਕਲੇਮ। WCR 1 ਲੱਖ ਰੁਪਏ ਦਾ ਹੀ, ਕਲੇਮ 1,40,000 ਹੁਣ ਥੱਲੇ 1,40,000 ਬਣ ਰਿਹਾ, ਉੱਪਰ 1 ਲੱਖ ਬਣ ਰਿਹਾ, ਸੋ ਉੱਪਰ 40,000 ਲਿਖਣਾ ਪਊਗਾ। ਉਹ 40,000 ਕਾਹਦਾ ਹੋਊਗਾ ਰੀਵੈਲੂਏਸ਼ਨ ਦਾ ਹੋਊਗਾ। ठीक है, क्योंकि लाइबिलिटी इंक्रीज होगी साडी। समझ लगी गर्ल्स बॉयज, क्लियर है। व्हाट इज द केस नंबर 3, व्हेन देयर इज क्लेम एंड क्लेम इज मोर देन रिजर्व। रिजर्व 1 लाख रुपए ਦਾ, क्लेम 1,40,000 ਦਾ। ਸਾਡੇ ਕੋਲ ਸੇਵਿੰਗਸ ਕਿੰਨੀ 1 ਲੱਖ ਰੁਪਏ ਦੀ, ਬਟ ਖਰਚਾ ਕਿੰਨਾ 1,40,000 ਦਾ। ਸੋ ਜਿੰਨੇ ਸੇਵਿੰਗਸ ਹੈ ਉਹਨਾਂ ਦਾ ਪੇ ਕਰ ਦਾਂਗੇ। ਜਿਹੜਾ ਐਕਸਟਰਾ 40,000 ਉਹ ਕਿੱਥੋਂ ਆ ਜਾਊਗਾ ਰੀਵੈਲੂਏਸ਼ਨ ਚ ਆ ਜਾਊਗਾ, ਕਿਉਂਕਿ ਰੀਵੈਲੂਏਸ਼ਨ ਮੀਨਸ ਇੰਕਰੀਜ਼ ਇਨ ਦ ਲਾਇਬਿਲਿਟੀ ਆਪਾਂ ਸ਼ੋ ਕਰਨਾ। ਠੀਕ ਹੈ, ਇਹ ਤੁਹਾਡੀ ਐਂਟਰੀ ਪਾਸ ਹੋਊਗੀ। ਇਸ ਤੋਂ ਬਾਅਦ ਨਾ ਮੈਂ ਤੁਹਾਨੂੰ 2 ਮਿੰਟ ਦੇ ਵਿੱਚ ਇੱਕ ਕੰਪਲੀਟ ਐਂਟਰੀ ਦੇ ਦਿੰਦਾ। ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਮੈਂ ਸਿੰਪਲ ਸਮਝਾ ਦੂੰਗਾ ਕਿ ਕੰਪਾਊਂਡ ਐਂਟਰੀ ਹੋਊਗੀ ਵੀ ਕੀ ਕਰਨਾ। ਤੁਹਾਨੂੰ ਤਿੰਨੇ ਕੇਸਿਸ ਯਾਦ ਕਰਕੇ ਬਸ ਸਿਰਫ ਉਹ ਐਂਟਰੀ ਯਾਦ ਕਰਨ ਦੀ ਲੋੜ ਹੈ, ਉਸ ਤੋਂ ਬਾਅਦ ਸਾਰਾ ਕੁਝ ਹੋ ਜੂਗਾ। ਮੈਂ ਦੱਸੋ ਕਿ ਆਹ ਤੁਹਾਨੂੰ ਸਮਝ ਲੱਗ ਗਿਆ। ਸਰ ਇਹਦੇ ਵਿੱਚ ਪ੍ਰੋਫਿਟ ਬਚਿਆ ਹੀ ਨਹੀਂਗਾ। ਹਾਂ ਬੇਟੇ ਬਚਿਆ ਹੀ ਨਹੀਂ, ਬਿਕੋਜ਼ ਜਿਹੜਾ ਤੇਰੀ ਸੇਵਿੰਗ ਸੀ ਉਹ 1 ਲੱਖ ਸੀ, ਖਰਚੇ 1,40,000 ਸੀਗੇ, ਸੋ ਸੇਵਿੰਗਸ ਦਾ ਚਾਂਸਸ ਹੀ ਨਹੀਂ ਹੈਗਾ। ਠੀਕ ਹੈ, ਜੇ ਸੇਵਿੰਗਸ ਬਚਦੀਆਂ ਫੇਰ ਹੀ ਪਾਰਟਨਰਸ਼ਿਪ ਵਿੱਚ ਡਿਵਾਈਡ ਹੋਣਗੀਆਂ। ਹੁਣ ਤਾਂ ਸੇਵਿੰਗਸ ਹੀ ਨਹੀਂ ਹੈਗੀ, ਹੁਣ ਤਾਂ ਲਾਸ ਐਕਸਟਰਾ ਹੋ ਗਿਆ। ਠੀਕ ਹੈ, ਗਰਲਸ ਇਹਨੂੰ ਨੋਟ ਕਰ ਲਓ, ਬॉयਜ਼ ਇਹਨੂੰ ਨੋਟ ਕਰ ਲਓ। ਮੈਨੂੰ ਦੱਸ ਦਿਓ ਜੇ ਨੋਟ ਹੋ ਗਿਆ ਤੁਹਾਡਾ, ਹੈਂਡ ਰੇਸ ਕਰ ਦਿਓ। ਹੋ ਗਿਆ ਨੋਟ ਸਾਰਿਆਂ ਦਾ। ਓਕੇ, ਮੈਂ ਨਾ ਹੁਣ ਤੁਹਾਨੂੰ ਇੱਕ ਕੰਪਾਊਂਡ ਐਂਟਰੀ ਦਿੰਦਾ ਐਂਡ ਉਹ ਕੰਪਾਊਂਡ ਐਂਟਰੀ ਕੀ ਹੈ, ਉਹ ਕੰਪਾਊਂਡ ਐਂਟਰੀ ਜਿਹਨੂੰ ਆ ਗਈ ਸਮਝ ਲੱਗ ਗਈ ਐਂਡ ਉਹਦਾ ਇਹ ਸਾਰਾ ਟੌਪਿਕ ਬॉयਜ਼ ਇੱਕ ਐਂਟਰੀ ਐਂਡ ਪੂਰਾ ਟੌਪਿਕ ਦਿਮਾਗ ਦੇ ਵਿੱਚ ਧਿਆਨ ਨਾਲ ਐਂਟਰੀ ਲਿਖਦੇ ਆਪਾਂ। ਠੀਕ ਹੈ, ਸੁਣੋ। एंट्रीज WCR अकाउंट डेबिट। ठीक है, टू क्लेम अकाउंट। ਪਹਿਲਾਂ ਤਾਂ ਇੰਨਾ ਗੱਲ ਯਾਦ ਰੱਖੋ। ਹੁਣ ਜਿਹੜਾ ਕੇਸ ਨੰਬਰ 1 ਹੈ ਉਹਦੇ ਵਿੱਚ ਕੀ ਆਊਗਾ, ਉਹਦੇ ਵਿੱਚ ਮੰਨ ਲਓ ਜੇ 100 ਰੁਪਏ ਇੱਥੇ ਆਇਆ, ਪਹਿਲੇ ਚ ਕੋਈ ਕਲੇਮ ਨਹੀਂ ਹੁੰਦਾ, ਸੋ ਕਲੇਮ ਕਿੰਨਾ ਗਾ 0। ਸਾਰਾ ਪ੍ਰੋਫਿਟ ਕਿਹਨੂੰ ਜਾਵੜੂਗਾ, ਥੱਲੇ ਘਟ ਰਿਹਾ ਤਾਂ ਥੱਲੇ ਆਪਾਂ ਪਾਰਟਨਰਸ ਲਿਖ ਦਿੰਦੇ ਹਾਂ, ਪਾਰਟਨਰਸ ਕੈਪੀਟਲ। ਪੂਰਾ 100 ਰੁਪਏ ਡਿਸਟ੍ਰੀਬਿਊਟ ਹੋ ਜਾਊਗਾ ਕਿਹੜੀ ਰੇਸ਼ੋ ਦੇ ਵਿੱਚ, 올ਡ ਪਾਰਟਨਰਸ ਤੇ 올ਡ ਰੇਸ਼ੋ। ਆ ਹੈਗਾ ਪਹਿਲਾ ਕਨਸੈਪਟ। ਠੀਕ ਹੈ, ਕਨਸੈਪਟ ਨੰਬਰ 2 ਦੇਖੋ। ਕਨਸੈਪਟ ਨੰਬਰ 2 ਦੇ ਵਿੱਚ ਕੀ ਹੈ, देयर इज क्लेम बट क्लेम इज लेस देन रिजर्व। ठीक है, ਮੰਨ ਲਓ ਕਿ ਕਲੇਮ ਹੋ ਗਿਆ ਤੁਹਾਨੂੰ 40 ਰੁਪਏ ਦਾ, 40 ਰੁਪਏ ਤੁਸੀਂ ਕਲੇਮ ਚ ਲਿਖ ਦੋਗੇ, ਜਿਹੜੇ ਬਾਕੀ 60 ਬਚੇ ਉਹਦਾ ਕੀ ਕਰ ਦਾਂਗੇ 올ਡ ਪਾਰਟਨਰ 올ਡ ਰੇਸ਼ੋ। ਆ ਸੈਕਿੰਡ ਐਂਟਰੀ ਸਮਝ ਲੱਗੀ। ਪਹਿਲੇ ਚ ਕੋਈ ਕਲੇਮ ਹੈ ਨਹੀਂ ਸੀ, ਉਹ ਕਲੇਮ ਚ 0, ਬਾਕੀ ਸਾਰਾ ਪਾਰਟਨਰਸ ਦਾ 올ਡ ਪਾਰਟਨਰ 올ਡ ਰੇਸ਼ੋ। ਦੂਜੇ ਚ ਕਲੇਮ ਸੀਗਾ 40 ਦਾ, 40 ਇੱਥੇ ਲਿਖਤਾ, 60 ਜਿਹੜੇ ਬੱਚੇ ਪਾਰਟਨਰਸ ਤੇ ਚਲੇ ਗਏ। ਠੀਕ ਹੈ, ਥਰਡ ਐਂਟਰੀ। ਥਰਡ ਚ ਮੰਨ ਲਓ 120 ਰੁਪਏ ਦਾ ਕਲੇਮ ਹੈ, ਸੋ ਕਲੇਮ ਹੋ ਗਿਆ 120, ਥੱਲੇ ਨਹੀਂ ਘਟ ਰਿਹਾ, ਹੁਣ ਕਿੱਥੇ ਘਟ ਰਿਹਾ ਉੱਪਰ ਘਟ ਰਿਹਾ, ਸੋ ਉੱਪਰ 20 ਲਿਖਣਾ ਪਊਗਾ। ਉੱਪਰ ਜਦੋਂ ਵੀ ਆਪਾਂ ਵੈਲਿਊ ਲਿਖਾਂਗੇ ਉਹਨੂੰ ਲਿਖਾਂਗੇ ਰੀਵੈਲੂਏਸ਼ਨ। ਆ ਕੰਪਾਊਂਡ ਐਂਟਰੀ ਹੈ। ਜਿਹੜੀ ਐਂਟਰੀ ਕੀ ਹੈ, ਰੀਵੈਲੂਏਸ਼ਨ ਅਕਾਊਂਟ ਡੈਬਿਟ WCR ਅਕਾਊਂਟ ਡੈਬਿਟ ਟੂ ਕਲੇਮ ਟੂ ਪਾਰਟਨਰਸ ਕੈਪੀਟਲ। ਦਿਸ ਇਜ਼ योर एंट्री। समझ लग गई सारे।
This is a compound entry for WCR. Compound entry for WCR. बस जिन्हों एंट्री याद होगी ਉਹਦਾ पूरा टॉपिक कवर हो गया। बस उन्हें सिर्फ इन्नी गल देखनी है कि आ एंट्री पास कर लिया करनी है, जिस वैल्यू आती है उसे फिल करके ऊपर बैलेंसिंग फिगर जो ऊपर घट रहा था रीवैल्यूएशन, जो थले घट रहा था पार्टनर कैपिटल, ओल्ड पार्टनर ओल्ड रेशियो। समझ लगी सारे ਨੂੰ? जिन्हें ਨੂੰ क्लियर है हैंड रेस कर दो। सर रिपीट करो। अच्छा लीव हो गया सी। चल सुन, मैंने एक कंपाउंड एंट्री दस रहा कि आही कंपाउंड एंट्री याद कर लो एंड पूरा टॉपिक क्लियर है। कंपाउंड एंट्री का मतलब की करना देखो ध्यान रखो। जिदा ने ये एंट्री है साड़ी एंट्री होंगी है WCR। एक मिनट मैं प्रॉपर रब ही कर लिया। ठीक है सुन, एक्चुअली साड़ी एंट्री सिर्फ इन्नी होंगी है WCR टू क्लेम। साढ़े को रिजर्व पिया होंगे 100 रुपए का, जे पहला किस है नो क्लेम, सो क्लेम च 0। जिन्ना भी सारा प्रॉफिट है सारा किस डिवाइड हो जाएगा पार्टनर्स के विच। टू पार्टनर्स कैपिटल लिख के डिवाइड कर ला 100 रुपये। कितना डिवाइड होगा ओल्ड पार्टनर्स के विच केड़ी रेशियो, ओल्ड रेशियो। ठीक है पॉइंट नंबर 1। उस तो बाद पॉइंट नंबर 2 सीगा साडा सर क्लेम हैगा बट क्लेम इज लेस देन रिजर्व। मान लो 40 रुपए का क्लेम है, जो 40 रुपए का क्लेम है तो प्रॉफिट कितना बचा सर 60 रुपीज। 60 रुपीज बचे क्योंकि 100 पूरा करना ਆਪਾਂ। सो ਜਿਹੜੇ 60 रुपीज ਬਚਣਗੇ ओल्ड पार्टनर्स ਨੂੰ ओल्ड रेशियो डिवाइड ਹੋ ਜਾਊਗਾ। ठीक है केस नंबर 3। केस नंबर 3 ਦੇ ਵਿੱਚ ਕੀ ਸੀਗਾ ਕਿ क्लेम ਜ਼ਿਆਦਾ ਗਾ। ਮੰਨ ਲਓ क्लेम 140 ਦਾ, ਜੇ 140 ਦਾ क्लेम है ਹੁਣ ਚੈੱਕ ਕਰੋ ਕਿ ਥੱਲੇ ਜ਼ਿਆਦਾ ਗਾ ਉੱਪਰ ਘੱਟ ਬਣ ਗਿਆ। ਸੋ ਉੱਪਰ 40 ਲਿਖਣਾ ਪਊਗਾ, ਹੁਣ ਅੱਗੇ ਥੱਲੇ ਲਿਖਣਾ ਪੈ ਰਿਹਾ ਸੀ। ਜਦੋਂ ਵੀ ਉੱਪਰ ਕੋਈ ਵੈਲਿਊ ਹੋਊਗੀ ਆਪਾਂ ਉਹਨੂੰ ਕਾਹ ਚ ਲਿਖਾਂਗੇ ਰੀਵੈल्यूएशन ਦੇ ਥਰੂ ਲਿਖਾਂਗੇ, ਰੀਵੈल्यूएशन ਅਕਾਊਂਟ ਦਾ। ਸੋ ਆ ਜਿਹੜੀ ਐਂਟਰੀ ਹੈ ਦਿਸ ਇਜ਼ ਯਰ ਕੰਪਾਊਂਡ ਐਂਟਰੀ। ਇਹ ਐਂਟਰੀ ਯਾਦ ਰੱਖ ਲਓ ਬਸ ਤੁਸੀਂ। रीवैल्यूएशन अकाउंट डेबिट WCR अकाउंट डेबिट टू क्लेम टू पार्टनर्स कैपिटल। जिन्होंने एंट्री याद होगी दैट मींस कि WCR का कॉन्सेप्ट ही याद हो गया पूरे का पूरा। ठीक है गर्ल्स कोई डाउट है, बॉयज कोई डाउट है? इन नोट डाउन कर लिया एंट्री नु? नोट डाउन हो गया? ओके मैं दसो कि किसी ने कोई डाउट रहा पूरे टॉपिक चो? किसी ने भी कोई छोटा मोटा डाउट है तो अपने ऑडियो ऑन करो एंड मैंने दसो कि सर आ डाउट रह गया, फिर वो मैं ना कल एक्सप्लेन कर लूंगा कल ਦੇ ਲੈਕਚਰ ਦੇ ਵਿੱਚ। ਕਿਉਂਕਿ ਆਪਾਂ ਜਿੰਨਾ ਕਰ ਸਕਦੇ ਸੀਗੇ ਉਹਨਾਂ ਕੁ ਮੈਂ ਕਰਾਤਾ। ਡੇਲੀ ਇੱਕ ਇੱਕ ਟੌਪਿਕ ਕਰਵਾ ਦਿਆ ਕਰੂੰਗਾ, ਜਦੋਂ ਟਿਊਸ਼ਨਸ ਲੱਗਣਗੀਆਂ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰਾ ਐਕਸਪਲੇਨ ਕਰ ਦੂੰਗਾ। ਮੈਨੂੰ ਦੱਸੋ ਕਿ ਕਿਸੇ ਨੂੰ ਕੋਈ ਡਾਊਟ ਰਿਹਾ ਪੂਰੇ ਟੌਪਿਕ ਚੋਂ? गर्ल्स एंड बॉयज कोई डाउट है बेटे छोटा मोटा भी हमें दस दो। एंड बेटे कल तो प्रॉपर 7 बजे आया करो। कई जने लेट आने थोड़े चो। अज केड़ा नवा बंदा लेक्चर दे विच कल नालों? दिलजीत, जसदीप, कोमल, लवप्रीत, नवदीप, कोई भी नहीं है ना? बॉयज है ही नहीं है। चलो कोई नहीं। किसी ने कोई डाउट नहीं?